ਫਾਸਟਵੇ ਦੇ ਪਿਆਰੇ ਦਰਸ਼ਕੋ, ਡਾਕਟਰ ਵਿਸ਼ਵ ਬੰਧੂ ਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਹਾਜ਼ਰ ਹੋਏ ਹਾਂ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮਹੱਤਵਪੂਰਨ ਸਮਾਰਕ ਸੰਸਥਾਨ ਅਤੇ ਧਾਰਮਿਕ ਸੰਸਥਾਵਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਇਸ ਵਾਰੀ ਅਸੀਂ ਤੁਹਾਨੂੰ ਖਾਲਸਾ ਕਾਲਜ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ। ਖਾਲਸਾ ਕਾਲਜ ਇੱਕ ਇਤਿਹਾਸਿਕ ਕਾਲਜ ਜਿਸ ਦੀ ਸਥਾਪਨਾ 1892 ਵਿੱਚ ਕੀਤੀ ਗਈ। ਖਾਲਸਾ ਕਾਲਜ ਦੀ ਇਹ ਇਤਿਹਾਸਿਕ ਖੂਬਸੂਰਤ ਬਿਲਡਿੰਗ ਤਾਜ ਤੋਂ ਘੱਟ ਨਹੀਂ, ਔਰ ਅਗਰ ਇਸ ਨੂੰ ਦੇਖੀਏ ਤਾਂ ਇਉਂ ਲੱਗਦਾ ਜਿਸ ਤਰ੍ਹਾਂ ਖੁਦਾ ਵੱਲੋਂ ਕੁਦਰਤ ਦਾ ਬਣਾਇਆ ਹੋਇਆ ਇੱਕ ਕਰਿਸ਼ਮਾ ਹੈ। ਇਸ ਦੇ ਬਾਰੇ ਆਓ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦਈਏ। ਪੰਜ ਮਾਰਚ 1892 ਨੂੰ ਖਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਔਰ 1 ਸਾਲ ਬਾਅਦ ਇੱਥੇ ਕਲਾਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ। ਖਾਲਸਾ ਕਾਲਜ ਦਾ ਮੋਟੋ ਸੀ ਅਕਾਲ ਸਹਾਇ ਵਿਦ ਗॉड्स ਗ੍ਰੇਸ, ਔਰ 300 ਏਕੜ ਦੇ ਮੈਦਾਨ ਵਿੱਚ ਸੈਯਦ ਮਹਿਮੂਦ, ਕੋਟ ਸੈਯਦ ਮਹਿਮੂਦ ਅੱਜ ਕੋਟ ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਲਾਹੌਰ ਹਾਈਵੇ ਤੇ ਔਰ ਯੂਨੀਵਰਸਿਟੀ ਦੇ ਨਾਲ ਕੰਧ ਸਾਂਝਾ ਕਰਦਾ ਹੋਇਆ ਖਾਲਸਾ ਕਾਲਜ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਸੰਸਥਾ ਬਣ ਗਈ। ਇਸ ਦਾ ਉਦੇਸ਼ ਸੀ ਪੰਜਾਬ ਦੇ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਸਿੱਖਿਆ ਪ੍ਰਦਾਨ ਕਰਨੀ। ਸੁਣ ਕੇ ਲੱਗਦਾ ਹੋਏਗਾ ਇੱਕ ਪੱਖਾ ਉਦੇਸ਼ ਹੈ, ਮਗਰ ਨਹੀਂ। ਸ਼ਾਇਦ ਤੁਸੀਂ ਜਾਣਦੇ ਨਹੀਂ, 19ਵੀਂ ਸ਼ਤਾਬਦੀ ਦੇ ਵਿੱਚ ਭਾਰਤ ਵਿੱਚ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਜਨਮ ਲਿਆ। ਇਹਦੇ 'ਚ ਬ੍ਰਹਮੋ ਸਮਾਜ, ਆਰੀਆ ਸਮਾਜ ਹਿੰਦੂ ਸਮੁਦਾਇ ਲਈ ਕੰਮ ਕਰ ਰਹੀ ਸੀ। ਅਲੀਗੜ੍ਹ ਦਿਓਬੰਦ ਮੁਸਲਿਮ ਸਮੁਦਾਇ ਲਈ ਕੰਮ ਕਰ ਰਹੇ ਸਨ, ਔਰ ਇਸੇ ਤਰ੍ਹਾਂ ਸਿੰਘ ਸਭਾ ਮੂਵਮੈਂਟ ਉਸਨੇ ਸਿੱਖਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਦਾ ਕਾਰਨ ਕੀ ਸੀ? ਅਸੀਂ ਅਗਰ ਉਸ ਸਮੇਂ ਦੇ ਇਤਿਹਾਸ ਨੂੰ ਦੇਖੀਏ ਤੇ ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕਰਨ ਦੇ ਬਾਅਦ ਕ੍ਰਿਸਚਨ ਮਿਸ਼ਨਰੀਜ਼ ਦੀ ਜਿਹੜੀ ਐਕਟੀਵਿਟੀਜ਼ ਉਹ ਭਾਰਤ 'ਚ ਬਹੁਤ ਵੱਧ ਗਈ ਔਰ ਬਹੁਤ ਸਾਰੇ ਲੋਕ ਕ੍ਰਿਸਚੈਨਿਟੀ ਵੱਲ ਕਨਵਰਟ ਹੋਣ ਲੱਗ ਪਏ। ਹਰ ਧਰਮ ਨੂੰ ਲੱਗਾ ਕਿ ਹੁਣ ਉਹਨਾਂ ਦਾ ਧਰਮ ਖਤਰੇ 'ਚ ਹੈ। ਇਸ ਲਈ ਪਲੱਸ ਉਸ ਵਕਤ ਜੋ ਵੀ ਐਜੂਕੇਸ਼ਨ ਦੇ ਵਿੱਚ ਅੱਗੇ ਨਿਕਲ ਜਾਂਦਾ ਸੀ ਉਸ ਨੂੰ ਨੌਕਰੀ ਮਿਲ ਜਾਂਦੀ ਸੀ, ਔਰ ਨੌਕਰੀ ਇੱਕ ਬੜਾ ਵੱਡਾ ਜ਼ਰੀਆ ਸੀ ਆਰਥਿਕ ਮਦਦ ਦਾ, ਆਰਥਿਕ ਸਫਲਤਾ ਦਾ। 1873 ਨੂੰ ਸਿੰਘ ਸਭਾ ਅੰਦੋਲਨ ਦੀ ਸਥਾਪਨਾ ਹੋਈ ਔਰ ਇਸ ਨੇ ਸਿੱਖ ਸਮੁਦਾਇ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ, ਔਰ 1890 ਦੇ ਵਿੱਚ ਖਾਲਸਾ ਕਾਲਜ ਸਥਾਪਨਾ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸ ਦੇ ਵਿੱਚ 121 ਸਦੱਸਿਆ ਸਨ, ਜਿਨ੍ਹਾਂ ਵਿੱਚ ਕਰਨਲ ਰੋਲਡੇਵ ਐਂਡ ਡਬਲਿਊ ਬੈਲ ਜੋ ਕਿ ਸੈਕਟਰੀ ਸਨ। ਡਬਲਿਊ ਬੈਲ ਗਵਰਨਮੈਂਟ ਕਾਲਜ ਲਾਹੌਰ ਦੇ ਪ੍ਰਿੰਸੀਪਲ ਵੀ ਸਨ। ਇਸ ਤੋਂ ਇਲਾਵਾ ਇਸ ਵਿੱਚ ਮਹੱਤਵਪੂਰਨ ਵਿਅਕਤੀ ਸਨ ਪਟਿਆਲੇ ਦੇ ਰਾਜਾ ਰਜਿੰਦਰ ਸਿੰਘ, ਨਾਭੇ ਦੇ ਰਾਜਾ ਹੀਰਾ ਸਿੰਘ ਅਤੇ ਰਾਜਾ ਜਗਜੀਤ ਸਿੰਘ ਕਪੂਰਥਲਾ ਦੇ।
ਉਹਨਾਂ ਤੋਂ ਇਲਾਵਾ ਦੀਵਾਨ ਗੁਰਮੁਖ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਅਤਰ ਸਿੰਘ, ਗੁਰਦਿਆਲ ਸਿੰਘ ਮਾਨ, ਭਾਈ ਕਾਨ ਸਿੰਘ ਅਤੇ ਜਵਾਹਰ ਸਿੰਘ, ਇਹ ਸਾਰੇ ਸਦੱਸਿਆ ਸਨ ਜਿਨ੍ਹਾਂ ਨੇ ਫੈਸਲਾ ਲਿਆ ਕਿ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਜਾਏ। ਔਰ ਇਸ ਦਾ ਕੰਮ ਉਹਨਾਂ ਨੇ ਉਸ ਵਕਤ ਦੇ ਮਸ਼ਹੂਰ ਆਰਕੀਟੈਕਟ ਰਾਮ ਸਿੰਘ ਨੂੰ ਸੌਂਪਿਆ। ਰਾਮ ਸਿੰਘ ਦਾ ਆਪਣਾ ਹੀ ਇੱਕ ਇਤਿਹਾਸ ਹੈ। ਰਾਮ ਸਿੰਘ ਬਟਾਲੇ ਦਾ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਤੋਂ ਤਰਖਾਣ ਸੀ। ਡਿਪਟੀ ਕਮਿਸ਼ਨਰ ਉਸ ਦੇ ਕੰਮ ਤੋਂ ਬੜਾ ਪ੍ਰਭਾਵਿਤ ਹੋਇਆ ਔਰ ਉਸਨੇ ਉਸ ਨੂੰ ਮੇਅਰ ਸਕੂਲ ਆਫ ਆਰਟਸ ਲਾਹੌਰ ਵਿੱਚ ਭੇਜ ਦਿੱਤਾ, ਜਿੱਥੇ ਉਹਨਾਂ ਦੀ ਮੁਲਾਕਾਤ ਉੱਥੇ ਦੇ ਪ੍ਰਿੰਸੀਪਲ ਲੌਕਵੁੱਡ ਕਿਪਲਿੰਗ ਨਾਲ ਹੋਈ। ਲਾਰਡ ਕਿਪਲਿੰਗ ਰੁਡਿਆਰਡ ਕਿਪਲਿੰਗ ਦੇ ਫਾਦਰ ਸਨ। ਰਾਮ ਸਿੰਘ ਜੀ ਨੇ ਬੜੀਆਂ ਮਹੱਤਵਪੂਰਨ ਬਿਲਡਿੰਗਸ ਦਾ ਨਿਰਮਾਣ ਕਰਵਾਇਆ, ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ, ਇਸਲਾਮੀਆ ਕਾਲਜ ਪੇਸ਼ਾਵਰ, ਗਵਰਨਰ ਹਾਊਸ ਸ਼ਿਮਲਾ ਔਰ ਇਸ ਤੋਂ ਇਲਾਵਾ ਲੰਡਨ ਦੇ ਵਿੱਚ ਦਰਬਾਰ ਹਾਊਸ। ਉਹਨਾਂ ਦੇ ਕੰਮ ਨੂੰ ਦੇਖ ਕੇ ਬ੍ਰਿਟਿਸ਼ ਸਰਕਾਰ ਦੇ ਖੁਸ਼ ਹੋ ਕੇ ਉਹਨਾਂ ਨੇ ਮੈਂਬਰ ਆਫ ਵਿਕਟੋਰੀਅਨ ਆਰਡਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ। ਇਹ ਰਾਮ ਸਿੰਘ, ਉਹਨਾਂ ਦੇ ਨਾਲ ਧਰਮ ਸਿੰਘ, ਦੋਹਾਂ ਨੇ ਖਾਲਸਾ ਕਾਲਜ ਦੀ ਇਮਾਰਤ ਬਣਾਉਣ ਦਾ ਬੀੜਾ ਚੁੱਕਿਆ। 1904 'ਚ ਇਹ ਕੰਮ ਸ਼ੁਰੂ ਹੋਇਆ ਔਰ 1911 ਦੇ ਵਿੱਚ ਇਹ ਖੂਬਸੂਰਤ ਇਮਾਰਤ ਬਣ ਕੇ ਸਾਹਮਣੇ ਆਈ। ਇਹ ਇਮਾਰਤ ਬ੍ਰਿਟਿਸ਼, ਇੰਡੋ ਅਤੇ ਮੁਸਲਿਮ ਆਰਟ ਦਾ ਮਹੱਤਵਪੂਰਨ ਨਮੂਨਾ ਹੈ। ਅਗਰ ਆਗਰਾ ਦੇ ਵਿੱਚ ਤਾਜ ਮੁਹੱਬਤ ਦਾ ਪੈਗਾਮ ਦਿੰਦਾ ਹੈ ਤੇ ਅੰਮ੍ਰਿਤਸਰ ਵਿਖੇ ਸਥਾਪਿਤ ਖਾਲਸਾ ਕਾਲਜ ਬੱਚਿਆਂ ਨੂੰ ਸਿੱਖਿਆ ਦਾ ਪੈਗਾਮ ਦਿੰਦਾ ਹੈ ਔਰ ਇਹ ਸਿੱਖਿਆ ਬੱਚਿਆਂ ਨੂੰ ਉੱਚੇ ਅਹੁਦਿਆਂ 'ਤੇ ਲੈ ਗਈ ਔਰ ਅੱਗੇ ਵਧਣ ਦੇ ਵਿੱਚ ਮਦਦ ਕਰਦੀ ਹੈ। ਮੇਰੇ ਨਾਲ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਾਹਿਬ। ਆਓ ਇਹਨਾਂ ਕੋਲੋਂ ਖਾਲਸਾ ਕਾਲਜ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ। ਸਰ, ਫਾਸਟ ਵੇ ਵੱਲ ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਕਾਲਜ ਦਾ ਨੀਂਹ ਪੱਥਰ 1892 ਵਿੱਚ ਰੱਖਿਆ ਗਿਆ ਸੀ। ਇਹ ਜੇ ਮੈਂ ਇਹਦੇ ਕਾਲਜ ਦੇ ਇਤਿਹਾਸ ਬਾਰੇ ਜਾਵਾਂ ਜਾਂ ਇਹਦਾ ਨੀਂਹ ਪੱਥਰ ਕਿਉਂ ਰੱਖਿਆ ਗਿਆ, ਇਹਦੇ ਬਹੁਤ ਵੱਡੇ ਕਾਰਨ ਨੇ। ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀ ਰਾਜ ਚਲੇ ਜਾਂਦਾ ਹੈ, ਇੱਥੇ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਮਤਲਬ ਅਸੀਂ ਕਈ ਲਾਲਚਾਂ ਵਸ ਕ੍ਰਿਸਚੈਨਿਟੀ ਵੱਲ ਵੀ ਜਾਣੇ ਸ਼ੁਰੂ ਹੋ ਗਏ। ਇੱਥੇ ਇਸ ਕਿਸਮ ਦਾ ਪ੍ਰਚਾਰ ਹੋਣ ਲੱਗਾ ਵੀ ਸਾਡੇ ਬਜ਼ੁਰਗਾਂ ਨੂੰ, ਵੱਡਿਆਂ ਸਿਆਣਿਆਂ ਨੂੰ ਇਹ ਮਹਿਸੂਸ ਹੋਇਆ ਵੀ ਇਸ ਤਰ੍ਹਾਂ ਤਾਂ ਸਾਡੇ ਬੱਚੇ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਸਿੱਖੀ ਤੋਂ, ਆਪਦੇ ਸਿੱਖ ਇਤਿਹਾਸ ਤੋਂ ਟੁੱਟ ਜਾਣਗੀਆਂ। ਇਸ ਕਰਕੇ ਉਹਨਾਂ ਨੇ ਇਹ ਮਤਲਬ ਇੱਕ ਸਿੰਘ ਸਭਾ ਲਹਿਰ 1873 'ਚ ਬਣੀ। ਚੀਫ ਖਾਲਸਾ ਦੀਵਾਨ 1881 'ਚ ਫਿਰ ਅੱਗੇ ਚੀਫ ਖਾਲਸਾ ਦੀਵਾਨ ਬਣੀ। ਇਹਨਾਂ ਨੇ ਐਜੂਕੇਸ਼ਨ ਅਦਾਰਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ, ਜਿਹਦੇ 'ਚ ਖਾਲਸਾ ਕਾਲਜ ਇੱਕ ਉਸ ਵੇਲੇ ਦੇ ਜਿਹੜਾ ਅਣਵੰਡੇ ਪੰਜਾਬ, ਜਿਹੜਾ ਕਿੰਨਾ ਪਾਕਿਸਤਾਨ 'ਚ ਰਹਿ ਗਿਆ, ਹਿਮਾਚਲ ਹਰਿਆਣੇ ਨਾਲ ਵੀ ਸੰਬੰਧਿਤ ਆ, ਉਹਦੇ 'ਚ ਇੱਕ ਐਸੀ ਸੰਸਥਾ ਉਸਾਰਨ ਦੀ ਰਣਨੀਤੀ ਬਣਾਈ, ਜਿਹਦੇ ਵਿੱਚ ਆਧੁਨਿਕ ਵਿੱਦਿਆ ਦੇਣ ਦੇ ਨਾਲ ਨਾਲ ਵੀ ਇੱਥੇ ਮਤਲਬ ਸਿੱਖ ਇਤਿਹਾਸ, ਪੰਜਾਬੀ ਭਾਸ਼ਾ, ਸਿੱਖ ਗੁਰੂ ਸਾਹਿਬਾਨ ਬਾਰੇ ਵੀ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕੀਤਾ ਜਾਵੇ। ਇਸ ਮਕਸਦ ਵਜੋਂ ਹੀ ਵੀ ਜਿੱਥੇ ਇਸ ਕਾਲਜ ਦੀ ਇੰਨੀ ਸ਼ਾਨਮਤਾ ਇਮਾਰਤ ਉਸਾਰੀ ਗਈ, ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਵੀ ਉਸਾਰੀ ਕੀਤੀ ਗਈ। ਇੱਥੇ ਦੇਖੋ, ਅੱਜ ਵੀ ਸਾਡੀ ਇਹ ਪੂਰੀ ਪਰੰਪਰਾ, ਟ੍ਰੈਡੀਸ਼ਨ ਸਾਡੀ ਮੈਨੇਜਿੰਗ ਕਮੇਟੀ ਵੱਲੋਂ ਆ। ਸਾਰੇ ਗੁਰੂ ਸਾਹਿਬਾਨ ਦੇ ਗੁਰਪੁਰਬ ਗੁਰਦੁਆਰਾ ਸਾਹਿਬ ਮਨਾਏ ਜਾਂਦੇ ਨੇ। ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਰੀਆਂ ਸੰਸਥਾਵਾਂ ਇੱਥੋਂ ਮਤਲਬ ਨਗਰ ਕੀਰਤਨ ਦੀ ਸ਼ਕਲ ਵਿੱਚ ਹਰਿਮੰਦਰ ਸਾਹਿਬ ਪਹੁੰਚਦੀਆਂ ਨੇ। ਵੀ ਇਸ ਕਾਲਜ ਦਾ ਮਕਸਦ ਬਹੁਤ ਵੱਡਾ ਹੈ, ਵਿੱਦਿਆ ਦੇਣਾ ਔਰ ਆਪਦੇ ਵਿਰਸੇ ਨਾਲ ਬੱਚੇ ਨੂੰ ਜੋੜਨਾ, ਉਹਦੀ ਸ਼ਖਸੀਅਤ, ਉਹ ਆਪਦੇ ਵਿਰਸੇ 'ਚੋਂ ਵੈਲਿਊ ਸਿਸਟਮ ਲੈ ਕੇ ਇੱਕ ਮੁਕੰਮਲ ਇਨਸਾਨ ਬਣੇ। ਇਹ ਇਸ ਕਾਲਜ ਦੀ ਮਤਲਬ ਜਿਹੜੀ ਟ੍ਰੈਡੀਸ਼ਨ ਆ,
ਇਹਦਾ ਦੇਖੋ, ਜੇ ਤੁਸੀਂ ਇਹਦੀ ਇਮਾਰਤ ਹੀ ਦੇਖੋ ਤੇ ਆਪਣਾ ਪੱਠਾ ਲਗਾਇਆ ਗਿਆ। ਇਹ ਤੁਹਾਨੂੰ ਇਹਦੀਆਂ ਗੋਬਿੰਦੀਆਂ, ਇਹਦੇ ਮਨਾਰ, ਇਹਦੇ ਬ੍ਰਿਕ ਤੇ ਜਿਹੜੀ ਸਾਰੀ ਨਕਾਸ਼ੀ ਕੀਤੀ ਗਈ ਆ, ਇਹਦੇ ਵਿੱਚੋਂ ਤੁਹਾਨੂੰ ਰਾਜਪੂਤਾਨਾ ਸ਼ੈਲੀ, ਮੁਗਲਈ ਸ਼ੈਲੀ, ਭਾਰਤੀ ਸ਼ੈਲੀ, ਸਿੱਖ ਸ਼ੈਲੀ ਕਈ ਕੁਝ ਨਜ਼ਰ ਆਏਗਾ। ਇਹ ਇੱਕ ਬਹੁਤ ਵੱਡੇ ਮਕਸਦ ਨੂੰ ਵੀ ਰਿਪਰੈਜ਼ੈਂਟ ਕਰਦੀ ਆ ਵੀ ਇੱਥੇ ਦਾ ਵਿਦਿਆਰਥੀ ਪੜ੍ਹ ਕੇ ਛੋਟਾ ਸੋਚੇ ਨਹੀਂ, ਛੋਟਾ ਕਰੇ ਨਹੀਂ। ਇਹ ਜਿਹੜਾ ਸਮੁੱਚੀ ਇਮਾਰਤ ਦਾ ਇਹ ਜਿਹੜਾ ਇੰਨਾ ਵੱਡਾ ਔਰਾ ਆ, ਇੰਨੀ ਵੱਡੀ ਦਿੱਖ ਆ, ਉਹ ਵਿਦਿਆਰਥੀ ਨੂੰ ਵੱਡਾ ਸੋਚਣ, ਵੱਡਾ ਕਰਨ ਲਈ ਪ੍ਰੇਰਿਤ ਕਰਦੀ ਹੈ। ਔਰ ਇਹ ਐਸਾ ਕਾਲਜ ਆ ਜਿੱਥੇ ਕਿ ਇਹ ਮਤਲਬ ਸਾਰੇ ਕੋਰਸ, ਸਾਰੇ ਮਤਲਬ ਕਿ ਆਰਟਸ की सोशल साइंस की साइंस, कंप्यूटर साइंस, फूड साइंस, एग्रीकल्चर ते ये फिजियोथेरेपी, ये सारी कॉमर्स, सारी फैकल्टी दे मतलब इत्थे साडे कोई 60 ਦੇ ਕਰੀਬ ਪ੍ਰੋਗਰਾਮ ਚੱਲਦੇ ਆ। ਸਾਰੇ ਡਿਪਾਰਟਮੈਂਟਾਂ ਵਿੱਚ ਮਾਸਟਰ ਨੇ। ਈਵਨ ਸਾਡੇ ਐਗਰੀਕਲਚਰ 'ਚ 8 ਦੇ ਕਰੀਬ ਮਾਸਟਰ ਡਿਗਰੀਆਂ ਨੇ। ਵੀ ਇਸ ਪੰਜਾਬ ਦਾ ਸਭ ਤੋਂ ਵੱਡਾ ਕਾਲਜ, ਸਭ ਤੋਂ ਵੱਧ ਡਿਗਰੀਆਂ ਕਰਵਾਉਣ ਵਾਲਾ ਕਾਲਜ ਆ। ਔਰ ਇਹ ਅੱਜ ਵੀ ਕਿੰਨਾ ਇਹਦਾ ਸ਼ਾਨੋ ਮਤਾ ਇਤਿਹਾਸ ਸਪੋਰਟਸ ਦੇ ਵਿੱਚ ਆ। ਪਿੱਛੇ ਓਲੰਪਿਕਸ ਦੇ ਵਿੱਚ ਵੀ ਸਾਡੇ 2 ਵਿਦਿਆਰਥੀ ਖੇਡੇ ਨੇ। ਇਹ ਅੱਜ ਵੀ ਆਪਦੀ ਉਸ ਟ੍ਰੈਡੀਸ਼ਨ ਨੂੰ ਬਰਕਰਾਰ ਰੱਖੀ ਬੈਠਾ ਹੈ ਕਿ ਸਪੋਰਟਸ ਕੀ ਕਲਚਰਲ ਐਕਟੀਵਿਟੀ ਦੇ ਵਿੱਚ ਸਾਡੇ ਵਿਦਿਆਰਥੀ ਬਹੁਤ ਵੱਡੀਆਂ ਮੱਲਾਂ ਮਾਰਦੇ ਨੇ। ਕਿ ਮਤਲਬ ਬਲਬੀਰ ਸਿੰਘ ਸੀਨੀਅਰ ਵਰਗੇ ਸਾਡੇ ਇੱਥੋਂ ਦੇ ਪਲੇਅਰ, ਕਲਚਰਲ ਦੇ ਵਿੱਚ ਸਾਡਾ ਕੇਵਲ ਧਾਲੀਵਾਲ ਆ, ਸਾਡਾ ਅਮਰਿੰਦਰ ਗਿੱਲ ਆ, ਰਣਜੀਤ ਬਾਵਾ, ਮਤਲਬ ਰਜੀਵ ਠਾਕਰ ਲਾਫਟਰ ਚੈਨਲ 'ਚ ਬਹੁਤ ਵੱਡੇ ਕਲਾਕਾਰ ਵੀ ਪੈਦਾ ਕੀਤੇ ਨੇ। ਤੇ ਇਹ ਜਿਹੜਾ ਕਾਲਜ ਆ, ਇਹਦੀ ਇਮਾਰਤ ਬੱਚੇ ਲਈ ਬਹੁਤ ਵੱਡੀ ਮੋਟੀਵੇਸ਼ਨ। ਇਹ ਮੇਰਾ ਬੱਚਿਆਂ ਨੂੰ ਇਹੀ ਸੰਦੇਸ਼ ਆ, ਇੱਥੇ ਪੜ੍ਹਨ ਵਾਲਿਆਂ ਨੂੰ, ਕਿਤੇ ਵੀ ਪੜ੍ਹਨ ਵਾਲਿਆਂ ਨੂੰ, ਵੀ ਆਧੁਨਿਕ ਵਿਦਿਆ ਦੇ ਨਾਲ ਆਪਣੇ ਕਲਚਰ ਨਾਲ ਜੁੜੋ, ਆਪਣੇ ਇਤਿਹਾਸ ਨਾਲ ਜੁੜੋ, ਆਪਣੇ ਵਿਰਸੇ ਨਾਲ ਜੁੜੋ, ਆਪਣੇ ਧਰਮ ਨਾਲ ਜੁੜੋ। ਇਹਦੇ 'ਚੋਂ ਤੁਹਾਨੂੰ ਬਹੁਤ ਵੱਡੀ ਮੋਟੀਵੇਸ਼ਨ, ਬਹੁਤ ਵੱਡੀ ਤਾਕਤ ਮਿਲੇਗੀ। ਅਸਲ ਵਿਦਿਆਰਥੀ ਉਹਦੀ ਪੂਰੀ ਪਰਸਨੈਲਿਟੀ ਤਦ ਹੀ ਨਿਖਰਦੀ ਆ ਜੇ ਉਹ ਮੁਕੰਮਲ ਇਨਸਾਨ ਬਣੇ। ਆਧੁਨਿਕ ਵਿਦਿਆ ਨੌਕਰੀ ਲਈ ਹੈ, ਪਰ ਦੁਨੀਆ 'ਤੇ ਪਾਸ ਹੋਣ ਲਈ, ਜਿਵੇਂ ਇਮਤਿਹਾਨ ਪਾਸ ਕਰਨ ਲਈ ਸਿਲੇਬਸ ਨੇ, ਇਵੇਂ ਜ਼ਿੰਦਗੀ 'ਚ ਪਾਸ ਹੋਣ ਲਈ ਵੈਲਿਊ ਸਿਸਟਮ ਹੁੰਦਾ। ਤੁਹਾਡਾ ਚੰਗੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ। ਤੇ ਇਸ ਕਰਕੇ ਇਹ ਕਦਰਾਂ ਕੀਮਤਾਂ ਕਾਲਜਾਂ 'ਚ ਪੜ੍ਹਨ ਬਤੌਰ ਬੋਨਾਫਾਈਡ ਸਟੂਡੈਂਟ ਵਜੋਂ ਇਹੀ ਹੁੰਦਾ ਹੈ ਵੀ ਤੁਸੀਂ ਕਲਾਸਰੂਮ ਸਟੱਡੀ ਦੇ ਨਾਲ ਹੋਰ ਬਹੁਤ ਕੁਝ ਸਿੱਖਣਾ ਹੁੰਦਾ। ਸਪੋਰਟਸ ਵੀ, ਕਲਚਰਲ ਵੀ, ਪਲੱਸ ਤੁਹਾਨੂੰ ਦੂਜਿਆਂ ਨਾਲ ਮੈਨੇਜ ਕਿਵੇਂ ਕਰਨਾ ਆਉਂਦਾ, ਟੀਚਰ ਦੀ ਰਿਸਪੈਕਟ, ਸੀਨੀਅਰ ਸਟੂਡੈਂਟਸ ਦੀ। ਇਹ ਸੰਸਥਾਵਾਂ ਜਦੋਂ ਅੰਦਰ ਹੀ ਬੱਚਾ ਐਂਟਰ ਕਰਦਾ ਤੇ ਇੱਕ ਕਿਸਮ ਦੀ ਉਹਨਾਂ ਦੀ ਕਲਾਸ ਸ਼ੁਰੂ ਹੋ ਜਾਂਦੀ। कोई भी शिक्षक संस्था लाइब्रेरी के बगैर अधूरी है और खालसा कॉलेज कोल लाइब्रेरी का एक विशाल खजाना मौजूद है। 60,000 तो भी उत्ते किताबां इस लाइब्रेरी दे विच ने। इस तो इलावा बहुत सारे ग्रंथ जो धर्मां नाल जुड़े, अखबारां जो उस वक्त दियां ब्रिटिश काल दियां 19वीं शताब्दी तो लैके अज तक इन्हां दा संग्रहालय है, जिथों बच्चे आके अपने PhD और MPhil दे थीसिस करते हैं। ਅਸੀਂ ਇਸ ਵਕਤ ਖਾਲਸਾ ਕਾਲਜ ਦੀ ਲਾਇਬ੍ਰੇਰੀ 'ਚ ਖੜੇ ਹਾਂ ਔਰ ਮੇਰੇ ਨਾਲ ਨੇ ਲਾਇਬ੍ਰੇਰੀ ਦੇ ਇੰਚਾਰਜ ਸੁਖਦੇਵ ਸਰ। ਆਓ ਇਹਨਾਂ ਕੋਲ ਜਾਣੀਏ ਇੱਥੇ ਦੇ ਲਾਇਬ੍ਰੇਰੀ ਦੇ ਇਤਿਹਾਸ ਬਾਰੇ। ਸਰ, ਇਹ ਲਾਇਬ੍ਰੇਰੀ ਦੀ ਜਿਹੜੀ ਮੌਜੂਦਾ ਬਿਲਡਿੰਗ ਦੇ ਵਿੱਚ ਇਹ ਲਾਇਬ੍ਰੇਰੀ ਸਾਡੀ ਇਸਟੈਬਲਿਸ਼ ਹੈ। ਇਹ 23 ਅਪ੍ਰੈਲ 1955 ਨੂੰ ਸਰਦਾਰਨੀ ਹਰਨਾਮ ਕੌਰ ਜੀ, ਵਾਈਫ ਆਫ ਸਰਦਾਰ ਰਾਮ ਸਿੰਘ ਜੀ ਕਾਬਲੀ ਵਾਲੇ, ਉਹਨਾਂ ਠੇਕੇਦਾਰ, ਉਹਨਾਂ ਨੇ ਰੱਖਿਆ ਸੀ। ਅੱਜ ਇਸ ਲਾਇਬ੍ਰੇਰੀ ਸਾਡੇ ਕੋਲ ਕੋਈ 1,60,000 ਤੋਂ ਤਕਰੀਬ ਕਿਤਾਬਾਂ ਨੇ
ਤੇ ਸਾਡੇ ਕੋਲ 15 ਡਿਪਾਰਟਮੈਂਟਲ ਲਾਇਬ੍ਰੇਰੀਜ਼ ਨੇ। ਉਹਨਾਂ ਦਾ ਮਿਲਾ ਕੇ ਸਾਡੇ ਕੋਲ 2,01,034 ਕਿਤਾਬਾਂ ਜਿਹੜੀਆਂ ਇਸ ਵੇਲੇ ਮੌਜੂਦ ਨੇ। ਸਾਡੇ ਕੋਲ ਸਾਡੀ ਲਾਇਬ੍ਰੇਰੀ 'ਚ ਸਭ ਤੋਂ ਵੱਡੀ ਕਲੈਕਸ਼ਨ, ਇੱਕ ਜਿਹੜੀ ਪੁਰਾਣੀ ਕਲੈਕਸ਼ਨ ਆ, ਉਹ ਸਾਡੇ ਕੋਲ ਇੱਕ ਫਾਈਲ ਲੱਗਦੀ ਆ ਅਜੀਤ ਦੀ ਅਤੇ ਟ੍ਰਿਬਿਊਨ ਦੀ। ਇਹ ਸਾਡੇ ਕੋਲ 1977 ਤੋਂ ਲੈ ਕੇ ਅੱਜ ਤੱਕ ਇਹ ਫਾਈਲਾਂ ਜਿਹੜੀਆਂ ਉਹ ਅਖਬਾਰਾਂ ਦੇ ਮੌਜੂਦ ਨੇ। ਸਾਡੇ ਕੋਲ ਬਾਹਰ ਤੋਂ ਬਹੁਤ ਰਿਸਰਚ ਫੈਲੋ ਆਉਂਦੇ ਨੇ ਕਿਤਾਬ ਇਹੋ ਅਖਬਾਰਾਂ ਦੇਖਣ ਵਾਸਤੇ ਵੀ, ਜਿਹੜੀਆਂ ਹੋਰ ਕਿਤੇ ਅਵੇਲੇਬਲ ਨਹੀਂ, ਸਿਰਫ ਖਾਲਸਾ ਕਾਲਜ ਦੀ ਲਾਇਬ੍ਰੇਰੀ 'ਚ ਹੀ ਅਵੇਲੇਬਲ ਨੇ। ਸਾਡੇ ਕੋਲ ਕੋਈ 75 ਦੇ ਕਰੀਬ ਰਿਸਰਚ ਜਰਨਲ ਜਿਹੜੇ ਆ ਉਹ ਸਾਡੇ ਕੋਲ ਆ ਰਹੇ ਆ ਲਾਇਬ੍ਰੇਰੀ 'ਚ। 32 ਦੇ ਕਰੀਬ ਸਾਡੇ ਕੋਲ ਮੈਗਜ਼ੀਨ ਆ ਰਹੇ ਆ। 17 ਸਾਡੇ ਕੋਲ ਡੇਲੀ ਨਿਊਜ਼ਪੇਪਰ ਆ ਰਹੇ ਆ। ਸਾਡੇ ਕੋਲ ਜਿਹੜੇ ਸਾਡੇ ਰਿਸਰਚ ਜਰਨਲ ਆ ਰਹੇ ਉਹਨਾਂ ਦੇ ਸਾਡੇ ਕੋਲ ਬੈਕ ਵਾਲੀਅਮ ਕੋਈ 54,54 ਨੇ ਐਟ ਪ੍ਰੈਜੈਂਟ। ਹੁਣ ਬੱਚੇ ਜਿਹੜੇ ਨੇ ਆਨਲਾਈਨ ਐਜੂਕੇਸ਼ਨ ਵੱਲ ਜ਼ਿਆਦਾ ਨੇ ਔਰ ਕਿਤਾਬਾਂ ਵੱਲ ਰੁਚੀ ਉਹਨਾਂ ਦੀ ਘੱਟ ਹੈ, ਤੇ ਤੁਹਾਡਾ ਇੱਥੇ ਕੀ ਐਕਸਪੀਰੀਅੰਸ ਹੈ? ਸਾਡਾ ਇੱਥੇ ਐਕਸਪੀਰੀਅੰਸ ਇਹ ਆ ਵੀ ਬੱਚੇ ਸਾਡੇ ਕੋਲ ਜਿਹੜੇ ਅਸਲ ਪੜ੍ਹਨ ਵਾਲੇ ਉਹ ਇੰਟਰਨੈਟ ਨਾਲੋਂ ਜ਼ਿਆਦਾ ਕਿਤਾਬਾਂ ਨੂੰ ਪ੍ਰੈਫਰੈਂਸ ਹੁਣ ਐਟ ਪ੍ਰੈਜੈਂਟ ਦੇ ਰਹੇ ਆ, ਕਿਉਂਕਿ ਇੰਟਰਨੈਟ ਦੇ ਉੱਤੇ ਤੁਸੀਂ ਜ਼ਿਆਦਾ ਸਮਾਂ ਬੈਠ ਕੇ ਪੜ੍ਹ ਨਹੀਂ ਸਕਦੇ। ਤੁਹਾਡੀਆਂ ਅੱਖਾਂ ਦੀ ਉੱਤੇ ਵੀ ਇਫੈਕਟ ਕਰਦੀ ਹੈ। ਜਿਹੜੀ ਹਾਰਡ ਕਾਪੀ ਜਿਹੜੀ ਆ, ਇਹਨੂੰ ਤੁਸੀਂ ਕਿਸੇ ਵੇਲੇ ਵੀ ਜਿਹੜਾ ਖੋਲ੍ਹ ਕੇ ਪੜ੍ਹ ਸਕਦੇ। ਇਹਨੂੰ ਆਪਣੇ ਮੰਜੇ ਦੇ ਲਾਗੇ ਰੱਖੋ, ਚਾਹੇ ਆਪਣੇ ਟੇਬਲ 'ਤੇ ਰੱਖੋ, ਰੀਡਿੰਗ ਟੇਬਲ 'ਤੇ ਰੱਖੋ, ਜਦੋਂ ਤੁਹਾਡਾ ਦਿਲ ਚਾਹੇ ਤੁਸੀਂ ਪੜ੍ਹ ਸਕਦੇ। ਇਸ ਕਰਕੇ ਹੁਣ ਬੱਚਿਆਂ ਦਾ ਰੁਝਾਨ ਜਿਹੜਾ ਜ਼ਿਆਦਾ ਕਿਤਾਬਾਂ ਵੱਲ ਵੱਧ ਰਿਹਾ। ਸਾਡੇ ਕੋਲ ਮੋਸਟਲੀ ਬੱਚੇ ਜਿਹੜੇ ਆ ਲਾਇਬ੍ਰੇਰੀ ਵਿੱਚ ਡੇਲੀ ਕੋਈ 150-200 ਦੇ ਕਰੀਬ ਜਿਹੜੀ ਆ ਉਹ ਵਿਜ਼ਿਟ ਕਰਦੇ ਆ। ਤੇ ਸਰ, ਬੱਚਿਆਂ ਨੂੰ ਲਾਇਬ੍ਰੇਰੀ ਕੋਈ ਹੋਰ ਫੈਸਿਲਿਟੀ ਪ੍ਰਦਾਨ ਕਰਦੀ ਹੈ ਫੋਟੋਸਟੈਟ ਜਾਂ ਕਾਪੀ ਕਰਨ ਦੇ ਲਈ? ਸਾਡੇ ਕੋਲ ਜੈਰੋਕਸ ਮਸ਼ੀਨ ਹੈ, ਉਹ ਬੱਚਿਆਂ ਨੂੰ ਉਹਦੀ ਫੈਸਿਲਿਟੀ ਪ੍ਰੋਵਾਈਡ ਕਰਦੇ ਆ। ਟਰਾਂਸਲੇਸ਼ਨ ਸਰਵਿਸ ਦੀ ਆਪਾਂ ਪ੍ਰੋਵਾਈਡ ਕਰਦੇ ਉਹਨਾਂ ਨੂੰ। ਫਿਰ ਸਾਡੇ ਕੋਲ ਇੰਟਰਨੈਟ ਜਿਹੜਾ ਅਸੀਂ ਉਹਦੇ 5 ਇੱਥੇ ਸੈੱਟ ਲਗਾਏ ਹੋਏ ਆ। ਬੱਚੇ ਜਦੋਂ ਮਰਜ਼ੀ ਆ ਕੇ ਉਹਨੂੰ ਆਪਣ ਖੋਲ੍ਹ ਕੇ ਪੜ੍ਹ ਸਕਦੇ ਆ, ਦੇਖ ਸਕਦੇ ਆ। ਦੂਜਾ, ਅਸੀਂ ਅੱਜ ਕੱਲ੍ਹ ਜਿਹੜਾ ਸਾਡੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਨੇ ਇੱਕ ਨਵਾਂ ਸਾਨੂੰ ਆਈਡੀਆ ਦਿੱਤਾ ਸੀ, ਉਹ ਅਸੀਂ ਡੇਲੀ ਕਟਿੰਗ ਜਿਹੜੀਆਂ ਨੇ, ਜਿਹੜੀਆਂ ਸਾਡੀਆਂ ਪ੍ਰਮੁੱਖ ਜਿਹੜੀਆਂ ਨਿਊਜ਼ਪੇਪਰ ਨੇ ਉਹਨਾਂ 'ਚੋਂ ਕੱਟ ਕੇ ਇੱਕ ਫਾਈਲਾਂ ਤਿਆਰ ਕਰ ਰਹੇ ਆ, ਜਿਹੜੀਆਂ ਕਿ ਸਾਡੇ ਜਿਹੜੇ ਰਿਸਰਚਰ ਨੇ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਨੇ ਉਹ ਬਹੁਤ ਹੀ ਵਧੀਆ ਜਿਹੜੀਆਂ ਉਹ ਸਹਾਇਕ ਹੋਣਗੀਆਂ। ਖਾਲਸਾ ਕਾਲਜ ਦੇ ਵਿੱਚ ਅੱਜ ਵੀ ਪੁਰਾਣੀ ਚੀਜ਼ਾਂ ਨੂੰ ਉਸੇ ਤਰ੍ਹਾਂ ਸਮੇਟ ਕੇ ਰੱਖਿਆ ਹੋਇਆ ਹੈ। ਅਗਰ ਅਸੀਂ ਕਲਾਸਰੂਮ 'ਚ ਜਾਂਦੇ ਹਾਂ, ਸਾਨੂੰ ਪੁਰਾਣਾ ਫਰਨੀਚਰ, ਉਸ ਦੀ ਰੱਖ ਰਖਾ, ਉਹਨੂੰ ਉਸੇ ਤਰ੍ਹਾਂ ਰੱਖਿਆ ਗਿਆ ਹੈ। ਅਗਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇੱਕ ਬੜੀ ਵੱਡੀ ਵਿਸ਼ਾਲਕਾय ਘੜੀ ਦਿਖਾਈ ਦੇ ਰਹੀ ਹੋਏਗੀ, ਜਿਹੜੀ ਅੰਗਰੇਜ਼ਾਂ ਦੇ ਵਕਤ ਇੱਥੇ ਲਗਾਈ ਗਈ ਸੀ ਔਰ ਅੱਜ ਵੀ ਬਿਲਕੁਲ ਠੀਕ ਟਾਈਮ ਦੇ ਰਹੀ ਹੈ। ਇਸ ਤੋਂ ਇਲਾਵਾ 2 ਘੜੀਆਂ ਨੇ ਜੋ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਨੇ। ਖਾਲਸਾ ਕਾਲਜ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਕ੍ਰਿਕਟ ਦੀ ਗਰਾਊਂਡ, ਹਾਕੀ ਦੀ ਗਰਾਊਂਡ, ਫੁੱਟਬਾਲ, ਵਾਲੀਬਾਲ, ਹਰ ਪ੍ਰਕਾਰ ਦੀ ਆਊਟਡੋਰ ਤੇ ਇਨਡੋਰ ਗੇਮਸ ਅਵੇਲੇਬਲ ਨੇ। ਇਸ ਤੋਂ ਇਲਾਵਾ ਬੜਾ ਵਿਸ਼ਾਲ ਸਵਿਮਿੰਗ ਪੂਲ, ਜਿੱਥੇ ਬੱਚੇ ਸਵਿਮਿੰਗ ਸਿੱਖਦੇ ਨੇ ਔਰ ਸਵਿਮਿੰਗ ਸਪਰਧਾ ਦੇ ਵਿੱਚ ਹਿੱਸਾ ਲੈਂਦੇ ਨੇ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਖਾਲਸਾ ਕਾਲਜ ਹਮੇਸ਼ਾ ਯੂਨੀਵਰਸਿਟੀ ਵਿੱਚ ਅੱਵਲ ਆਉਂਦਾ ਰਿਹਾ। ਗਿੱਧਾ, ਭੰਗੜਾ ਇੱਥੇ ਦਾ ਬੜਾ ਹੀ ਮਸ਼ਹੂਰ ਹੈ ਔਰ ਖਾਲਸਾ ਕਾਲਜ ਨੇ ਬਹੁਤ ਸਾਰੇ ਕਲਾਕਾਰ ਦਿੱਤੇ ਜੋ ਅੱਜ ਭਾਰਤ ਵਿੱਚ ਆਪਣਾ ਨਾਮ ਬਣਾਏ ਬੈਠੇ ਨੇ। ਖਾਲਸਾ ਕਾਲਜ ਦੇ ਵਿਦਿਆਰਥੀ ਬੜੇ ਉੱਚੇ ਅਹੁਦਿਆਂ 'ਤੇ ਵਿਰਾਜਮਾਨ ਹੋਏ ਔਰ ਉਹਨਾਂ ਨੇ ਖਾਲਸਾ ਕਾਲਜ ਦਾ ਨਾਂ ਅੱਗੇ ਕੱਢਿਆ। ਹੰਸਰਾਜ ਖੰਨਾ ਜੋ ਸੁਪਰੀਮ ਕੋਰਟ ਦੇ ਜੱਜ ਬਣੇ, ਹਰਚਰਨ ਸਿੰਘ ਜੋ ਪੰਜਾਬੀ ਪਲੇ ਰਾਈਟਰ ਸੀ, ਹਰਪ੍ਰੀਤ ਸੰਧੂ ਜੋ ਐਕਟਰ ਸੀ, ਪੰਜਾਬ ਦੇ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋ, ਦਰਬਾਰਾ ਸਿੰਘ, ਤੇਜਾ ਸਿੰਘ ਸਮੁੰਦਰੀ, ਅਮਰਿੰਦਰ ਗਿੱਲ ਅਤੇ ਰਣਜੀਤ ਬਾਵਾ, ਇਹ ਸਭ ਇਸ ਕਾਲਜ ਤੋਂ ਹੀ ਨਿਕਲੇ ਔਰ ਜਿਨ੍ਹਾਂ ਨੇ ਅੱਗੇ ਜਾ ਕੇ ਆਪਣਾ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਰਜਿੰਦਰ ਸਿੰਘ ਸਪੈਰੋ ਜਿਨ੍ਹਾਂ ਨੇ ਇੰਡੋ ਪਾਕ ਵਾਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਸਪੈਰੋ ਉਹਨਾਂ ਦਾ ਨਿਕਨੇਮ ਸੀ। 1947 ਇੰਡੋ ਪਾਕ ਵਿਭਾਜਨ ਦੇ ਵਕਤ ਖਾਲਸਾ ਕਾਲਜ ਰਿਫਿਊਜੀਆਂ ਦਾ ਸਥਾਨ ਬਣਿਆ ਔਰ ਇੱਥੇ ਬਹੁਤ ਸਾਰੇ ਰਿਫਿਊਜੀ ਆ ਕੇ ਠਹਿਰੇ। ਇਹਨਾਂ ਦੀ ਸ਼ਰਨ ਦੇ ਵਿੱਚ
ਔਰ ਖਾਲਸਾ ਕਾਲਜ ਨੇ ਉਹਨਾਂ ਦੀ ਦਿਨ ਭਰ ਕੇ ਸੇਵਾ ਕੀਤੀ। मैं इस वक्त सरदार सुंदर सिंह मजीठिया हॉल ਦੇ ਬਾਹਰ ਖੜਾ ਹਾਂ। ਖਾਲਸਾ ਕਾਲਜ ਵਿੱਚ ਸਥਾਪਿਤ ਹੈ ਹਾਲ, ਜਿੱਥੇ ਬੱਚਿਆਂ ਨੂੰ ਮਹੱਤਵਪੂਰਨ ਪ੍ਰੋਗਰਾਮ ਜਿਸ ਤਰ੍ਹਾਂ ਡਿਗਰੀ ਪ੍ਰਦਾਨ ਕਰਨਾ ਜਾਂ ਕੋਈ ਥੀਏਟਰ ਦੇ ਪ੍ਰੋਗਰਾਮ ਇੱਥੇ ਹੀ ਕਰਵਾਏ ਜਾਂਦੇ ਨੇ ਔਰ ਇੱਥੋਂ ਹੀ ਥੀਏਟਰ ਦੇ ਆਰਟਿਸਟ ਅੱਗੇ ਨਿਕਲਦੇ ਨੇ। ਇੱਥੇ ਆਪਣੀ ਪ੍ਰੈਕਟਿਸਿਸ ਕਰਦੇ ਨੇ, ਭੰਗੜੇ, ਗਿੱਧੇ ਅਤੇ ਲੋਕ ਗੀਤ ਗਾਉਂਦੇ ਹੋਏ, ਨੱਚਦੇ ਗਾਉਂਦੇ। मैं इस वक्त खालसा कॉलेज सीनियर सैकेंडरी स्कूल बॉयज़ ਦੇ ਵਿੱਚ ਖੜਾ ਹਾਂ ਔਰ ਮੇਰੇ ਨਾਲ ਨੇ ਇੱਥੇ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗਵਾਨੀ। ਆਓ ਇਹਨਾਂ ਕੋਲ ਇਸ ਸਕੂਲ ਦੇ ਇਤਿਹਾਸ ਬਾਰੇ ਜਾਣੀਏ, ਜੋ ਕਿ ਖਾਲਸਾ ਕਾਲਜ ਦਾ ਹੀ ਇੱਕ ਅੰਗ ਹੈ। ਸਰ, ਸਾਨੂੰ ਇਸ ਸਕੂਲ ਦੇ ਇਤਿਹਾਸ ਬਾਰੇ ਦੱਸੋਗੇ? ਇਹ ਸਿੰਘ ਸਭਾ ਲਹਿਰ ਦੇ ਵਿੱਚੋਂ ਸਾਡੀਆਂ ਇਹ ਸੰਸਥਾਵਾਂ ਸਥਾਪਿਤ ਹੋਈਆਂ। 22 ਫਰਵਰੀ 1890 ਈਸਵੀ ਨੂੰ ਲਾਹੌਰ ਦੇ ਵਿੱਚ ਜਿਹੜੀ ਸਾਡੀ ਖਾਲਸਾ ਕਾਲਜ ਕੌਂਸਲ ਦੀ ਸਥਾਪਨਾ ਹੋਈ। ਫਿਰ ਖਾਲਸਾ ਕਾਲਜ ਦੇ ਮਤੇ ਪਏ ਅਤੇ ਸਭ ਤੋਂ ਪਹਿਲਾਂ ਜਿਹੜਾ ਖਾਲਸਾ ਕਾਲਜ ਮਿਡਲ ਸਕੂਲ ਬਣਿਆ। ਇਹਦਾ ਜਿਹੜਾ ਸਥਾਪਨਾ ਦਿਵਸ ਹੈ ਉਹ 22 ਅਕਤੂਬਰ 1893 ਨੂੰ ਬਹੁਤ ਵੱਡਾ ਇਕੱਠ ਟਾਊਨ ਹਾਲ ਵਿਖੇ ਹੋਇਆ ਔਰ ਇਹ ਮਤਾ ਪਾਇਆ ਗਿਆ ਕਿ ਸਭ ਤੋਂ ਪਹਿਲਾਂ ਖਾਲਸਾ ਕਾਲਜ ਤੋਂ ਪਹਿਲਾਂ ਖਾਲਸਾ ਕਾਲਜ ਮਿਡਲ ਸਕੂਲ ਦੀ ਸ਼ੁਰੂਆਤ ਕੀਤੀ ਜਾਵੇ। ਅਤੇ 23 ਅਕਤੂਬਰ 1893 ਨੂੰ ਖਾਲਸਾ ਕਾਲਜ ਮਿਡਲ ਸਕੂਲ ਹਾਲ ਗੇਟ ਦੇ ਬਾਹਰ ਇੱਕ ਬਿਲਡਿੰਗ ਦੇ ਵਿੱਚ ਸ਼ੁਰੂਆਤ ਕੀਤੀ ਗਈ। ਪਹਿਲੇ ਜਿਹੜੇ 9 ਬੱਚੇ ਭਰਤੀ ਹੋਏ, ਉਹਨਾਂ ਵਿੱਚ ਇੱਕ ਬੱਚਾ ਸਿੱਖ ਪਰਿਵਾਰ ਦਾ ਸੀ, ਇੱਕ ਹਿੰਦੂ ਪਰਿਵਾਰ ਦਾ ਸੀ, ਇੱਕ ਮੁਸਲਮਾਨ ਪਰਿਵਾਰ ਦਾ ਸੀ। ਕਿ ਇਹ ਜਿਹੜੀ ਖਾਲਸਾ ਸੰਸਥਾਵਾਂ ਨੇ ਇਹ ਸਰਬ ਸਾਂਝੀਵਾਲਤਾ ਦੀਆਂ ਪ੍ਰਤੀਕ ਨੇ ਅਤੇ ਵਿੱਦਿਆ ਦੇ ਖੇਤਰ ਦੇ ਵਿੱਚ ਸਮੂਹਕ ਦਾ ਹੱਕ ਹੈ ਵਿੱਦਿਆ ਪ੍ਰਾਪਤ ਕਰਨਾ। ਇਹ ਖਾਲਸਾ ਕਾਲਜ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਇਹ 23 ਅਕਤੂਬਰ 1897 ਤੋਂ ਕਾਰਜਸ਼ੀਲ ਹੈ, 1893 ਤੋਂ। ਔਰ ਜਿਹੜਾ ਖਾਲਸਾ ਕਾਲਜ ਹੈ ਉਹ ਮਈ 1897 ਵਿੱਚ ਜਿਹੜੀਆਂ ਪਹਿਲੀਆਂ ਕਲਾਸਾਂ ਉਹਦੀਆਂ ਚਾਲੂ ਹੋਈਆਂ। ਇਸ ਲਈ ਇਹ ਜਿਹੜਾ ਸਾਡੇ ਪਹਿਲੇ ਸਕੂਲ ਦਾ ਇਹ ਮਤਾ ਸੀਗਾ ਵੀ ਇਹਦੇ ਵਿੱਚ ਸੰਸਾਰੀ ਵਿੱਦਿਆ ਦੇ ਨਾਲ ਧਰਮ ਵਿੱਦਿਆ, ਸਪੋਰਟਸ, ਬੱਚਿਆਂ ਦੀ ਸਿਹਤ ਦਾ ਖਿਆਲ। ਔਰ ਅੱਜ ਵੀ ਮਤਲਬ 127-28 ਸਾਲ ਬਾਅਦ ਵੀ ਸਾਡੇ ਇਹਨਾਂ ਅਦਾਰਿਆਂ ਵਿੱਚ 800 ਦੇ ਕਰੀਬ ਸਕੂਲ ਦੇ ਵਿੱਚ ਸਪੋਰਟਸ ਦੇ ਬੱਚੇ ਨੇ। 3000 ਦੇ ਕਰੀਬ ਬੱਚੇ ਇੱਥੇ ਵਿੱਦਿਆ ਪ੍ਰਾਪਤ ਕਰ ਰਹੇ ਨੇ। ਤਕਰੀਬਨ 600-700 ਬੱਚਾ ਸਾਡਾ ਨੌਨ ਸਿੱਖ ਫੈਮਿਲੀ 'ਚੋਂ ਹੈ ਔਰ 2200-2300 ਬੱਚਾ ਸਿੱਖ ਫੈਮਿਲੀ ਦਾ। ਔਰ ਅੱਜ ਤੱਕ ਸਾਡੇ ਇਹਨਾਂ ਅਦਾਰਿਆਂ ਦੇ ਵਿੱਚੋਂ ਹਰ ਫੀਲਡ ਦੇ ਵਿੱਚ ਅਕੈਡਮਿਕ ਖੇਤਰ ਤੋਂ ਲੈ ਕੇ ਸਪੋਰਟਸ, ਧਾਰਮਿਕ ਵਿੱਦਿਆ, ਹਰ ਖੇਤਰ ਵਿੱਚ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਔਰ ਅੱਜ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਅਧੀਨ ਸਾਡੇ 13-14 ਦੇ ਕਰੀਬ ਕਾਲਜ ਨੇ, 6 ਸਕੂਲ ਨੇ, 30,000 ਦੇ ਕਰੀਬ ਜਿਹੜਾ ਵਿਦਿਆਰਥੀ ਹੈ ਸਾਡੀਆਂ ਇਹਨਾਂ ਸੰਸਥਾਵਾਂ ਦੇ ਵਿੱਚ ਵਿੱਦਿਆ ਪ੍ਰਾਪਤ ਕਰ ਰਿਹਾ। ਔਰ ਅਸੀਂ ਸਮਝਦੇ ਹਾਂ ਕਿ 125 ਸਾਲ ਦੇ ਵਿੱਚ ਸਾਡੀ ਖਾਲਸਾ ਕਾਲਜ ਕੌਂਸਲ ਨੇ ਸਾਡੇ ਅਦਾਰਿਆਂ ਨੇ ਬਹੁਤ ਬੁਲੰਦੀਆਂ ਸਰ ਕੀਤੀਆਂ ਨੇ। ਤੁਸੀਂ ਦਰਸ਼ਕੋ ਦੇਖਿਆ ਕਿ ਖਾਲਸਾ ਸਕੂਲ ਜਿਹੜਾ ਇਹ ਵਿੰਗ ਹੈਗਾ ਖਾਲਸਾ ਕਾਲਜ ਦਾ। ਕਹਿਣ ਦਾ ਭਾਵ ਹੈ ਸਿੰਘ ਸਭਾ ਅੰਦੋਲਨ ਜਿਹੜਾ ਸੀਗਾ ਧਾਰਮਿਕ ਦੇ ਨਾਲ ਉਸਨੇ ਸਮਾਜਿਕ ਨੂੰ, ਆਪਣੇ ਸਮਾਜ ਨੂੰ, ਆਪਣੇ ਪੱਖਰ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਉਸਦਾ ਉਸ ਕੋਸ਼ਿਸ਼ ਦੀ ਇਹ ਇੱਕ ਦੇਣ ਸੀ ਐਜੂਕੇਸ਼ਨ।
ਐਜੂਕੇਸ਼ਨ ਅਗਰ ਦਰਬਾਰ ਸਾਹਿਬ ਸਾਡਾ ਅਧਿਆਤਮਿਕ ਸੰਸਥਾਨ ਸੀ ਤੇ ਖਾਲਸਾ ਕਾਲਜ ਸਿੱਖਿਆ ਪ੍ਰਦਾਨ ਕਰਨ ਦਾ ਸਥਾਨ ਬਣਿਆ। ਮੇਰੇ ਨਾਲ ਨੇ ਇਸ ਵਕਤ ਸਿੱਖ ਇਤਿਹਾਸ ਖੋਜ ਕੇਂਦਰ ਦੇ ਇੰਚਾਰਜ ਡਾਕਟਰ ਜੋਗਿੰਦਰ ਸਰ। ਆਓ ਇਹਨਾਂ ਕੋਲੋਂ ਸਿੱਖ ਇਤਿਹਾਸ ਜਾਂਚ ਕੇਂਦਰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਸਿੱਖ ਇਤਿਹਾਸ ਕੇਂਦਰ 1930 ਵਿੱਚ ਡਾਕਟਰ ਗੰਡਾ ਸਿੰਘ ਜੋ ਪੰਜਾਬ ਦੇ ਔਰ ਇੰਡੀਆ ਦੇ ਬੜੇ ਪ੍ਰਸਿੱਧ ਹਿਸਟੋਰੀਅਨ ਹੋਏ, ਉਹਨਾਂ ਨੇ ਸਥਾਪਿਤ ਕੀਤਾ ਸੀਗਾ। ਦਰਅਸਲ ਜੇ ਅਸੀਂ ਇਸ ਦੀ ਬੈਕਗਰਾਊਂਡ 'ਤੇ ਜਾਈਏ ਤਾਂ ਸਿੱਖ ਇਤਿਹਾਸ ਲਾਇਬ੍ਰੇਰੀ ਇਸਟੈਬਲਿਸ਼ ਕਰਨ ਦਾ ਜਿਹੜਾ ਮਨੋਰੰਜਨ ਪ੍ਰੋਜੈਕਟ ਸੀਗਾ, ਉਹ ਤਕਰੀਬਨ ਸਿੰਘ ਸਭਾ ਲਹਿਰ ਦੇ ਸ਼ੁਰੂ ਹੋਣ ਨਾਲ ਹੀ ਆਪਣੇ ਰੂਪ ਵਿੱਚ ਆ ਜਾਂਦਾ ਹੈ, ਕਿਉਂਕਿ ਸਿੰਘ ਸਭਾ ਦਾ ਇੱਕ ਉਦੇਸ਼ ਇਹ ਸੀਗਾ ਕਿ ਸਿੱਖ ਧਰਮ ਦੇ ਜਿੰਨੇ ਵੀ ਗ੍ਰੰਥ ਨੇ ਜਾਂ ਜਿਹੜੇ ਖਰੜੇ ਨੇ, ਉਹਨਾਂ ਦੀ ਕਲੈਕਸ਼ਨ ਕੀਤੀ ਜਾਵੇ ਔਰ ਉਹਨਾਂ ਦੀ ਸੰਪਾਦਨਾ ਕੀਤੀ ਜਾਵੇ, ਤਾਂ ਕਿ ਸਿੱਖ ਧਰਮ ਅਤੇ ਇਤਿਹਾਸ ਦੇ ਬਾਰੇ ਜਿਹੜੀ ਵਿਲੱਖਣਤਾ ਹੈ ਉਸ ਨੂੰ ਉਸ ਦੀ ਚਰਚਾ ਕੀਤੀ ਜਾਵੇ। ਨਾ ਅਸੀਂ ਵੇਖਦੇ ਹਾਂ ਕਿ ਇਹ ਗੱਲ 19ਵੀਂ ਸ਼ਤਾਬਦੀ ਦੇ ਆਖਰੀ ਦਹਾਕਿਆਂ ਦੇ ਵਿੱਚ ਹੈ। ਪਹਿਲੀ ਸਿੰਘ ਸਭਾ 1873 ਈਸਵੀ ਦੇ ਵਿੱਚ ਇਸਟੈਬਲਿਸ਼ ਹੋਈ ਸੀਗੀ, ਤੋਂ ਤਕਰੀਬਨ 20ਵੀਂ ਸ਼ਤਾਬਦੀ ਦੇ ਸ਼ੁਰੂਆਤ ਦੇ ਵਿੱਚ ਇਹਨਾਂ ਸਿੰਘ ਸਭਾਵਾਂ ਦੀ, ਸਿੱਖ ਸੰਗਠਨਾਂ ਦੀ ਜਿਹੜੀ ਗਿਣਤੀ ਹੈ ਉਹ ਤਕਰੀਬਨ 150-200 ਦੇ ਕਰੀਬ ਬਣ ਜਾਂਦੀ ਹੈ। ਉਸ ਸਮੇਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜਿਹੜੇ ਸਿੱਖ ਇਤਿਹਾਸ ਔਰ ਧਰਮ ਦਾ ਅਧਿਐਨ ਕਰਨ ਵਾਲੇ ਸਨ, ਉਹ ਮੌਲਿਕ ਰੂਪ ਦੇ ਵਿੱਚ ਜਿਹੜੇ ਨਿਰਮਲਾ ਵਿਦਵਾਨ ਸਨ। ਨਿਰਮਲਾ ਵਿਦਵਾਨਾਂ ਦੀ ਆਪਣੀ ਪਹੁੰਚ ਸੀ, ਉਹਨਾਂ ਦਾ ਆਪਣਾ ਪਰਸਪੈਕਟਿਵ ਸੀਗਾ, ਪਰ ਸਿੰਘ ਸਭਾ ਜਿਹੜੇ ਵਿਦਵਾਨ ਸੀ ਉਹਨਾਂ ਦਾ ਅਲੱਗ ਤਰ੍ਹਾਂ ਦਾ ਪਰਸਪੈਕਟਿਵ ਸੀ। ਸਿੰਘ ਸਭਾ ਵਿਦਵਾਨ ਦਾ ਮੁੱਖ ਉਦੇਸ਼ ਇਹ ਸੀਗਾ ਕਿ ਸਿੱਖ ਧਰਮ ਦੀ ਜਿਹੜੀ ਵਿਲੱਖਣਤਾ ਹੈ ਉਸ ਨੂੰ ਕਿਵੇਂ ਐਸਟੈਬਲਿਸ਼ ਕਰਨਾ ਹੈ, ਉਸ ਦੀ ਉਸਾਰੀ ਕਿਵੇਂ ਕਰਨੀ ਹੈ, ਉਸ ਨੂੰ ਕਿਵੇਂ ਲੋਕਾਂ ਵਿੱਚ ਪ੍ਰਚਾਰ ਕਰਨਾ ਹੈ। ਉਸ ਸਮੇਂ ਸਾਡੇ ਕੋਲ ਬਹੁਤ ਸਾਰੇ ਵਿਦਵਾਨ ਸੀ, ਪਰ ਜਿਹੜੇ ਸਭ ਤੋਂ ਸਿਰਕੱਢ ਵਿਦਵਾਨ ਹੋਏ ਨੇ ਉਹ ਸਰਦਾਰ ਕਰਮ ਸਿੰਘ ਹਿਸਟੋਰੀਅਨ ਉਹਨਾਂ ਨੂੰ ਕਿਹਾ ਜਾਂਦਾ ਹੈ। ਕਰਮ ਸਿੰਘ ਹਿਸਟੋਰੀਅਨ ਸੀਗਾ ਜਿਸ ਨੇ ਤਕਰੀਬਨ ਨਾ ਕੇਵਲ ਭਾਰਤ ਦੇ ਵਿੱਚ ਸਗੋਂ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਕਿਤੇ ਵੀ ਸਿੱਖ ਖਰੜੇ ਜਾਂ ਲਿਖਤਾਂ ਉਹਨਾਂ ਨੂੰ ਮਿਲੀਆਂ, ਉਹਨਾਂ ਨੇ ਕਲੈਕਟ ਕਰਨਾ ਸ਼ੁਰੂ ਕਰਤਾ। ਤੋ ਜਿਵੇਂ ਅਸੀਂ ਸਾਰੇ ਜਾਣਦੇ ਹੈ ਕਿ ਖਾਲਸਾ ਕਾਲਜ ਦੀ ਜਿਹੜੀ ਸਥਾਪਨਾ ਹੈ ਉਹ ਤਕਰੀਬਨ 1892 ਵਿੱਚ ਹੋਈ ਸੀ, ਔਰ 20ਵੀਂ ਸ਼ਤਾਬਦੀ ਦੇ ਆਰੰਭਕ ਦਹਾਕਿਆਂ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਸਿੱਖ ਇਤਿਹਾਸ ਡਿਪਾਰਟਮੈਂਟ ਬਾਕੀ ਸੋਸ਼ਲ ਸਾਇੰਸ ਤਰ੍ਹਾਂ ਦਾ ਇਸਟੈਬਲਿਸ਼ ਹੋ ਚੁੱਕਾ ਸੀ। ਮਿਊਜ਼ੀਅਮ ਹੈ, ਉਹਦੇ ਵਿੱਚ ਇਹ ਜਿਹੜੇ ਖਲੜੇ ਨੇ, ਜੋ ਵੀ ਪੁਰਾਣਾ ਲਿਟਰੇਚਰ ਹੈ, ਇਹ ਸਾਰਾ ਅਸੀਂ ਸੰਭਾਲ ਕੇ ਰੱਖਿਆ ਹੋਇਆ ਹੈ। ਬਿਲਕੁਲ ਸੰਭਾਲਿਆ। ਸਾਡੇ ਕੋਲ 5 ਗੈਲਰੀਜ਼ ਨੇ। ਇਹਨਾਂ ਵਿੱਚੋਂ 2 ਗੈਲਰੀਜ਼ ਤਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਸਾਡੇ ਕੋਲ ਮੌਜੂਦ ਹਨ। ਇਸ ਤੋਂ ਇਲਾਵਾ ਇੱਕ ਮੈਂ ਹੋਰ ਖਬਰ ਤੁਹਾਨੂੰ ਖੁਸ਼ਖਬਰੀ ਸ਼ੇਅਰ ਕਰਨਾ ਚਾਹੁੰਦਾ ਹੈ ਕਿ ਸਾਡੇ ਕੋਲ ਇਸ ਲਾਈਬ੍ਰੇਰੀ ਦੇ ਵਿੱਚ ਕੁਝ ਸਿੱਕੇ ਸਨ, ਪਰ ਅਸੀਂ ਰੀਸੈਂਟਲੀ ਬਹੁਤ ਸਾਰੇ ਸਿੱਕੇ ਜਿਨ੍ਹਾਂ ਦੀ ਗਿਣਤੀ ਤਕਰੀਬਨ ਕੋਈ 300 ਦੇ ਕਰੀਬ ਹੈ, ਉਹ ਅਸੀਂ ਹੁਣ ਇਸ ਲਾਇਬ੍ਰੇਰੀ 'ਚ ਰੱਖੇ ਨੇ। ਔਰ ਉਹ ਸਿੱਕੇ ਨੇ ਜਿਹੜੇ ਕਿ ਅਸੀਂ ਕਹਿ ਸਕਦੇ ਹਾਂ ਕਿ ਇੰਡਸ ਵੈਲੀ ਤੋਂ ਲੈ ਕੇ ਸਿੰਧ ਸਭਿਆ ਤੋਂ ਲੈ ਕੇ ਜਿਹੜਾ ਆਰੀਅਨ ਪੀਰੀਅਡ ਹੈ ਉਸ ਤੋਂ ਬਾਅਦ, ਔਰ ਇਹ ਬ੍ਰਿਟਿਸ਼ ਪੰਜਾਬ, ਬ੍ਰਿਟਿਸ਼ ਇੰਡੀਆ ਔਰ ਭਾਰਤ ਦੇ ਕਸੀਮਤ ਹੈ। ਸਰ ਬਹੁਤ ਅੱਛਾ ਕੰਮ ਕਰ ਰਹੇ ਨੇ,
ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇੰਡਸ ਵੈਲੀ ਦਾ ਜਦੋਂ ਨਾਂ ਹੁੰਦਾ ਨਾ ਤੇ ਇਤਿਹਾਸਕਾਰ ਜਿਹੜਾ ਵੀ ਹੈ, ਜਦੋਂ ਵੀ ਇਤਿਹਾਸ ਦੀ ਸ਼ੁਰੂਆਤ ਹੁੰਦੀ ਤੇ ਸਿੰਧ ਸੱਭਿਅਤਾ ਤੋਂ ਹੁੰਦੀ ਹੈ। ਔਰ ਅਗਰ ਉਸ ਤੋਂ ਸ਼ੁਰੂਆਤ ਤੁਸੀਂ ਕੀਤੀ, ਸਿੱਕੇ ਜਿਹੜੇ ਉਹਨਾਂ ਦੇ ਨੇ, ਆਪਾਂ ਮੋਹਰਾਂ ਹੀ ਕਹਿ ਸਕਦੇ ਹਾਂ। ਮੈਂ ਸੋਚਦਾ ਹੈਗਾ ਕਿ ਜਿਹੜੀ ਸਿੱਕੇ ਹਨ ਇਹ ਸਾਡੀ ਸਾਇੰਟੀਫਿਕ ਹਿਸਟਰੀ ਦਾ ਬਹੁਤ ਮੁੱਢਲਾ ਸਰੋਤ ਹੈ, ਔਰ ਇਹੋ ਜਿਹਾ ਸਰੋਤ ਹੈ ਜਦ ਤੱਕ ਇਸ ਸਿੱਕਿਆਂ ਦੇ ਆਪਾਂ ਤੁਸੀਂ ਕਹਿ ਲਓ ਕੋਈ ਅਧਿਐਨ ਦੇ ਨਾਲ ਜਿਹੜੀ ਬਾਕੀ ਦੀ ਲਿਟਰੇਰੀ ਹਿਸਟਰੀ ਹੈ ਉਸ ਨੂੰ ਕਰੈਬੋਰੇਟ ਕਰ ਸਕਦੇ ਹਾਂ, ਔਰ ਕਈ ਵਾਰੀ ਸਾਨੂੰ ਐਡੀਸ਼ਨਲ ਇਨਫੋਰਮੇਸ਼ਨ ਵੀ ਇਹਨਾਂ ਸਿੱਕਿਆਂ ਤੋਂ ਪ੍ਰਾਪਤ ਹੋ ਜਾਂਦੀ। ਮੈਂ ਇਸ ਵਕਤ ਸਿੱਖ ਇਤਿਹਾਸ ਖੋਜ ਕੇਂਦਰ ਗੈਲਰੀ ਨੰਬਰ 4 ਦੇ ਵਿੱਚ ਖੜਾ ਹਾਂ। ਮੇਰੇ ਤੁਸੀਂ ਸੱਜੇ ਪਾਸੇ ਦੇਖ ਸਕਦੇ ਹੋ ਇੱਕ ਸ਼ਖਸੀਅਤ, ਇਹ ਨੇ ਰਾਮ ਸਿੰਘ ਜੀ, ਜਿਨ੍ਹਾਂ ਦਾ ਜਨਮ 1558 'ਚ ਔਰ ਉਹਨਾਂ ਦੀ ਮ੍ਰਿਤਿੂ 1916 ਦੇ ਵਿੱਚ ਹੋਈ। ਇਹ ਉਹੀ ਨੇ ਜਿਨ੍ਹਾਂ ਨੇ ਖਾਲਸਾ ਕਾਲਜ ਦਾ ਨਕਸ਼ਾ ਤਿਆਰ ਕੀਤਾ, ਔਰ ਅੱਜ ਖਾਲਸਾ ਕਾਲਜ ਖੂਬਸੂਰਤ ਇਮਾਰਤ ਸਾਡੇ ਸਾਹਮਣੇ ਮੌਜੂਦ ਹੈ। ਮੇਰੇ ਲੈਫਟ ਸਾਈਡ 'ਚ ਤੁਸੀਂ ਇੱਕ ਬੈਲ ਦੇਖ ਰਹੇ ਹੋਵੋਗੇ। ਇਹ ਉਸ ਵਕਤ ਅੰਗਰੇਜ਼ਾਂ ਨੇ ਇਸ ਬੈਲ ਦਾ ਨਿਰਮਾਣ ਕੀਤਾ, ਜਿਸ ਨੂੰ ਘੁਮਾ ਕੇ ਚਲਾਇਆ ਜਾਂਦਾ ਸੀ, ਔਰ ਬੈਲ ਦੀ ਰਾਹੀਂ ਕਲਾਸਿਸ ਲੱਗਦੀਆਂ ਤੇ ਛੁੱਟਦੀਆਂ ਸੀ। ਇਸ ਸੰਗ੍ਰਹਾਲय 'ਚ ਸਭ ਤੋਂ ਇੱਕ ਹੋਰ ਮਹੱਤਵਪੂਰਨ ਇੰਟਰਸਟਿੰਗ ਚੀਜ਼ ਹੈ ਪੱਖਾ, 2 ਪਰ ਵਾਲਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੱਖਾ। ਇਸ ਦੇ ਨਾਲ ਹੀ ਆਓ ਤੁਹਾਨੂੰ ਅਸੀਂ ਉਸ ਵਕਤ ਦੀ ਹਸਤ ਲਿਖਿਤ ਕਿਤਾਬਾਂ ਦਿਖਾਈਏ ਜੋ ਖਾਲਸਾ ਕਾਲਜ ਖੋਜ ਵਿਭਾਗ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਇਹ ਪੰਡਿਤ ਭੀਸ਼ਨ ਸ਼ਰਮਾ ਦੀ ਹਸਤ ਲਿਖਿਤ ਤਾਰੀਖੇ ਮੁੰਡੀ ਕੀ। ਫਾਸਟ ਵੇ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਦੇ ਬਾਰੇ ਇਤਿਹਾਸਿਕ ਜਾਣਕਾਰੀ ਦਿੱਤੀ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਤੇ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਨੂੰ ਇਜਾਜ਼ਤ ਦਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਥੈਂਕ ਯੂ, ਧੰਨਵਾਦ।